WhatsApp ਦੇ ਉੱਤੇ ਉਹਨਾਂ ਨੂੰ ਦੇ ਦਿੰਦੇ ਨੇ ਹੋਮਵਰਕ ਇਹ ਕਰੋ। ਕੀ ਇਹ ਆਨਲਾਈਨ ਪੜ੍ਹਾਈ ਹੈ? ਕੀ ਇਹਦਾ ਸਹੀ ਤਰੀਕਾ? ਇਹ WhatsApp ਜਾਂ ਫੇਸਬੁੱਕਾਂ ਜੁਆਇਨ ਕਰਨੀਆਂ ਤਾਂ ਤਬਾਹੀ ਜੇ ਜੋ ਅਸੀਂ ਬੱਚੇ ਨੂੰ ਦੇ ਰਹੇ ਹਾਂ, ਜਿਹੜੇ ਉਸ ਏਜ ਵਿੱਚ ਵੀ ਉਹਨਾਂ ਨੂੰ ਦਿੱਤੇ ਜਾਂਦੇ ਨੇ ਕੰਪਿਊਟਰ ਜਾਂ ਲੈਪਟਾਪ, ਉਹਦੇ ਵਿੱਚ ਸਿਲੈਕਟਿਵ ਚੀਜ਼ਾਂ ਹੀ ਹੁੰਦੀਆਂ ਨੇ ਜਿਹੜੀਆਂ ਓਨੇ ਤੱਕ ਸੀਮਤ ਨੇ। ਹੁਣ ਇੱਕ ਪੂਰਾ ਚੈਪਟਰ ਸ਼ਾਮਲ ਹੋ ਗਿਆ, ਯਾਨੀ ਇੰਟਰਨੈਟ ਐਡਿਕਸ਼ਨ ਡਿਸਆਰਡਰ ਬਿਮਾਰੀ ਗਿਣੀ ਗਈ ਹੈ ਬੱਚਿਆਂ 'ਚ। ਬੱਚਿਆਂ 'ਚ ਇੱਕ ਹੋਰ ਵੀ ਜੋ ਕਿ ਅਸੀਂ ਮਾਨਸਿਕ ਵਿਗਾੜ ਗਿਣਦੇ ਹਾਂ, ਜਿਸ 'ਚ ਉਹਨਾਂ ਦੀ ਪੋਰਨ ਐਡਿਕਸ਼ਨ ਦੇਖੀ ਗਈ। ਇਹੋ ਜਿਹੇ ਜਿਹੜੇ ਫੈਸਲੇ ਨੇ ਐਜੂਕੇਸ਼ਨ ਮਿਨਿਸਟਰ ਦੇ ਵੱਲੋਂ ਹੀ ਸੁਣਾਏ ਜਾਂਦੇ ਨੇ, ਤਾਂ ਕੀ ਉਹਨਾਂ ਅਣਜਾਣਪੁਣੇ ਦੇ ਵਿੱਚ ਉਹ ਕਰਦੇ ਨੇ, ਅਵੇਅਰਨੈਸ ਨਹੀਂ ਹੈਗੀ? ਕਮਾਲ ਦੇ ਲੱਗ ਰਹੇ ਹੋ, ਅੱਜ ਤਾਂ ਬੰਬ ਦਿਸ ਰਹੇ ਹੋ, ਯਾਨੀ ਇਸ ਤਰ੍ਹਾਂ ਦੀਆਂ ਜੋ ਸ਼ਬਦ ਵਰਤੇ ਗਏ, ਜੋ ਹੈਰਾਨੀ ਹੋਈ ਵੀ ਹੋਇਆ ਕੀ। ਤੇ ਜਦੋਂ ਘੋਖਿਆ ਗਿਆ, ਚੌਥੀ ਜਮਾਤ ਦੇ ਬੱਚੇ, 6ਵੀਂ ਜਮਾਤ ਦੇ ਬੱਚੇ ਨੇ ਦੂਸਰੀ ਜਮਾਤ ਦੀ ਕੁੜੀ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਿਰਫ ਇੱਕ ਜਿਸਮਾਨੀ ਸੰਬੰਧ ਵੱਲ ਹੀ ਤੁਰਨਾ ਤਾਂ ਇਹ ਬਣਦੇ ਨੇ ਅੱਗੋਂ ਸੀਰੀਅਲ ਰੇਪਿਸਟ, ਜਾਂ ਇਹਨਾਂ ਲਈ ਹਰ ਔਰਤ, ਹਰ ਬੱਚੀ ਇੱਕ ਵਰਤਣ ਵਾਲੀ ਚੀਜ਼ ਬਣ ਕੇ ਰਹਿ ਜਾਂਦੀ। ਧੁਨ ਤੋਂ ਕਿਵੇਂ ਐਡਿਕਸ਼ਨ ਤੱਕ ਦਾ ਸਫ਼ਰ, ਇਹ ਵੱਖਰੀ ਚੀਜ਼ ਲੱਭੀ ਜਾ ਚੁੱਕੀ। ਅਸੀਂ ਇਹ ਨਵੇਂ ਹਿਟਲਰ ਤੇ ਤੈਮੂਰ ਪੈਦਾ ਕਰ ਰਹੇ ਹਾਂ, ਜਿਨ੍ਹਾਂ ਨੂੰ ਇੰਟਰਨੈਟ ਰਾਹੀਂ ਅਸੀਂ ਉਹ ਨਿੱਕੇ ਬਾਲਾਂ ਨੂੰ ਸਿਖਾ ਰਹੇ ਹਾਂ ਫੇਸਬੁੱਕ ਤੇ ਦੂਜੇ ਨੂੰ ਗਾਲਾਂ ਕਿਵੇਂ ਕੱਢਣੀ। ਕਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ ਦੁਨੀਆ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਵੇਖਣ ਨੂੰ ਮਿਲੀ ਹੈ, ਉਹ ਹੈ ਬੱਚਿਆਂ ਦੀ ਆਨਲਾਈਨ ਪੜ੍ਹਾਈ। ਇਸ ਮਹਾਮਾਰੀ ਦੇ ਵਿੱਚ ਇਹਤਿਆਤ ਦੇ ਵਜੋਂ ਲੋਕਡਾਊਨ ਦੇ ਵਿੱਚ ਬੱਚਿਆਂ ਦੇ ਸਕੂਲ, ਕਾਲਜ, ਯੂਨੀਵਰਸਿਟੀਆਂ ਹਾਲੇ ਤੱਕ ਬੰਦ ਨੇ। ਆਪਾਂ ਇਕੱਲੇ ਆਪਣੇ ਮੁਲਕ ਦੀ ਗੱਲ ਕਰ ਲਈਏ ਤਾਂ ਇੱਥੇ ਆਨਲਾਈਨ ਪੜ੍ਹਾਈ ਹੈ ਜਿਹੜੀ ਇੱਕ ਨਵੀਂ ਚੀਜ਼ ਹੈ। ਹਰ ਇੱਕ ਸਕੂਲ ਦੇ ਵਿੱਚ ਇਸ ਤੋਂ ਪਹਿਲਾਂ ਸਰਕਾਰੀ ਜਾਂ ਪ੍ਰਾਈਵੇਟ ਆਨਲਾਈਨ ਪੜ੍ਹਾਈ ਦਾ ਕੋਈ ਵੀ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਸੱਭਿਆਚਾਰ ਨਹੀਂ ਸੀਗਾ, ਪਰ ਹੁਣ ਆਨਲਾਈਨ ਪੜ੍ਹਾਈ ਦਾ ਸੱਭਿਆਚਾਰ ਹੈ ਜਿਹੜਾ ਉਹ ਨਿਕਲ ਕੇ ਆ ਰਿਹਾ ਹੈ। ਪਰ ਇਹ ਬੱਚਿਆਂ ਦੀ ਮੈਂਟਲ ਹੈਲਥ ਹੈ ਜਿਹੜੀ, ਉਹਦੇ ਲਈ ਕਿੰਨਾ ਕੁ ਨੁਕਸਾਨਦੇਹ ਹੈ, ਇਸ 'ਤੇ ਚਰਚਾ ਕਰਨੀ ਬੜੀ ਜ਼ਰੂਰੀ ਹੈ। ਕਿਉਂਕਿ ਕਈ ਸੂਬਿਆਂ ਨੇ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਦੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਬੰਦ ਕਰ ਦਿੱਤੀ ਹੈ। ਉਹ ਕਿਉਂ ਕੀਤੀ ਗਈ ਹੈ, ਇਹ ਸਿਰਫ ਡਾਕਟਰ ਹੀ ਸਮਝ ਸਕਦੇ ਨੇ। ਡਾਕਟਰ ਹਰਸ਼ਿੰਦਰ ਕੌਰ ਅੱਜ ਸਾਡੇ ਨਾਲ ਨੇ ਦ ਖਾਲਸ ਟੀਵੀ ਤੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੋ ਡਾਕਟਰ ਸਾਹਿਬ, ਇਹ ਆਨਲਾਈਨ ਪੜ੍ਹਾਈ ਹੈ ਜਿਹੜੀ, ਇਹ ਬੱਚਿਆਂ ਦੇ ਮੈਂਟਲ ਹੈਲਥ ਦੇ ਲਈ ਚੰਗੀ ਹੈ ਕਿ ਮਾੜੀ ਹੈ? ਦੇਖੋ, ਕੁਛ ਉਮਰ ਦੇ ਹਿਸਾਬ ਨਾਲ ਅਸੀਂ ਇਹਨੂੰ ਵੰਡ ਸਕਦੇ ਹਾਂ ਜੀ। ਇੱਕ ਉਮਰ ਹੈ ਜਿਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਆਨਲਾਈਨ ਤੁਸੀਂ ਜਦੋਂ, ਕਿਉਂਕਿ ਬੱਚੇ ਦਾ ਦਿਮਾਗ ਓਨਾ ਬਣ ਚੁੱਕਾ ਹੁੰਦਾ, ਨਵੀਆਂ ਚੀਜ਼ਾਂ ਸਮੋ ਸਕਦਾ ਹੁੰਦਾ, ਜਿਸ ਨੇ ਹੋਰ ਗਿਆਨ ਹਾਸਲ ਕਰਨਾ, ਤੇ ਉਹਨੂੰ ਮੇਰਾ ਖਿਆਲ ਹੈ ਕਿ ਹਰ ਬੰਦਾ ਉਹਨਾਂ ਥਾਵਾਂ 'ਤੇ ਨਹੀਂ ਪਹੁੰਚ ਸਕਦਾ। ਸੋ ਉਹ ਬੱਚਾ ਜਿਹੜਾ ਗਰੀਬ ਵੀ ਹੈ, ਆਨਲਾਈਨ ਟ੍ਰੇਨਿੰਗ ਨਾਲ ਬਹੁਤ ਕੁਛ ਉਹ ਚੀਜ਼ਾਂ ਸਿੱਖ ਸਕਦਾ ਜਿਹੜੀਆਂ ਸ਼ਾਇਦ ਉਹ ਯਾਨੀ ਉੱਥੇ ਪਹੁੰਚ ਕੇ ਨਾ ਸਿੱਖ ਸਕੇ। ਮਿਸਾਲ ਵਜੋਂ ਯਾਨੀ ਏਕਲਵਯ ਦੀ ਮੈਂ ਗੱਲ ਕਰਾਂ, ਬਹੁਤ ਪੁਰਾਣੀ, ਉਹਨੂੰ ਆਨਲਾਈਨ ਟ੍ਰੇਨਿੰਗ ਇੱਕ ਤਰੀਕੇ ਗਿਣ ਲਓ ਕਿ ਜਿਹੜਾ ਲੁੱਕ ਕੇ ਸਿੱਖ ਗਿਆ, ਜਿਹੜਾ ਵੈਸੇ ਨਹੀਂ ਸੀ ਸਿੱਖ ਸਕਦਾ। ਯਾਨੀ ਇਹ ਚੀਜ਼ਾਂ ਇੱਕ ਸਟੇਜ 'ਤੇ ਬਹੁਤ ਇੰਪੋਰਟੈਂਟ ਨੇ। ਉਹ ਜਿਹੜਾ ਬੱਚਾ ਨਾ ਉਨੀਆਂ ਫੀਸਾਂ ਦੇ ਸਕੇ, ਨਾ ਉੱਥੇ ਪਹੁੰਚ ਸਕੇ ਅਮਰੀਕਾ, ਕੈਨੇਡਾ ਵਰਗੇ ਮੁਲਕਾਂ 'ਚ, ਉੱਥੋਂ ਦੀ ਆਨਲਾਈਨ ਕੋਈ ਇਹੋ ਜਿਹੀ ਚੀਜ਼ ਉਹਦੇ ਲਈ ਬਹੁਤ ਫਾਇਦੇਮੰਦ। ਉਹਨਾਂ ਮੁਲਕਾਂ 'ਚ ਪਹਿਲਾਂ ਹੀ ਹੈ ਇਹ ਜੀ, ਇੱਕ ਵੱਖਰੇ ਤਰੀਕੇ ਨਾਲ। ਇੱਕ ਉਹ ਸਟੇਜ ਹੈ ਜਿੱਥੇ ਇਹਨੂੰ ਅਸੀਂ ਫਾਇਦੇਮੰਦ ਗਿਣ ਸਕਦੇ ਹਾਂ। ਉਹਦੇ ਲਈ ਯੂਨੀਸੈਫ ਦਾ ਇੱਕ, ਜੋ ਕਿ ਬੱਚਿਆਂ ਦੀ ਸਿਹਤ ਸੰਭਾਲ ਲਈ ਕਾਫੀ ਉਹਨੇ, ਹਾਂਜੀ, ਕੌਮਾਂਤਰੀ ਸੰਸਥਾ ਹੈ, ਉਹਨਾਂ ਵੱਲੋਂ ਜੋ ਸੁਝਾਏ ਨੁਕਤੇ ਨੇ, ਉਹਨਾਂ ਅਨੁਸਾਰ ਜਦੋਂ ਦਿਮਾਗ ਵਿੱਚ ਆਪਣੀ ਬੇਸਿਕ ਐਜੂਕੇਸ਼ਨ ਆ ਚੁੱਕੀ ਜੀ, ਆਪਣੇ ਪੱਧਰ ਦੀ ਉਹਨੇ ਜਿੰਨੀ ਸਿੱਖ ਸਕਦਾ ਸੀ ਉਹ ਸਿੱਖ ਵੀ ਚੁੱਕਿਆ, ਉਸ ਤੋਂ ਅਗਲੀ ਜਦੋਂ ਉਹਨੇ ਨੌਲੇਜ ਜਾਂ ਗਿਆਨ ਹਾਸਲ ਕਰਨ ਲਈ ਜਿਹੜੀ ਉਸ ਥਾਂ 'ਤੇ ਅਵੇਲੇਬਲ ਨਾ ਹੋਵੇ, ਉਹਦੇ ਵਾਸਤੇ ਆਨਲਾਈਨ ਹੋਣ ਦਾ ਇੱਕ ਯਾਨੀ ਉਮਰ ਮੁਹੱਈਆ ਕਰ ਦਿੱਤੀ ਹੋਈ ਹੈ। ਉਹ ਉਮਰ ਜੇ ਕਿ ਤੁਸੀਂ ਇਸ ਚੀਜ਼ ਨੂੰ
9ਵੀਂ ਜਮਾਤ ਤੱਕ ਇਸ ਪਾਸੇ ਬੱਚੇ ਨੂੰ ਨਾ ਲਾਓ। ਉਹਨੂੰ ਪ੍ਰੋਜੈਕਟਸ ਦਿੱਤੇ ਜਾ ਸਕਦੇ ਨੇ ਜੀ, ਬੱਚੇ ਨੂੰ ਜੋ ਪ੍ਰਿਪੇਅਰ ਕਰ ਸਕਦਾ ਹੈ, ਉਹਨੂੰ ਯਾਨੀ ਉਸਾਰੂ ਸੋਚ ਨਾਲ ਭਰਿਆ ਜਾ ਸਕਦਾ ਵੀ ਭਾਈ ਤੂੰ ਨਵੇਂ ਗੀਤ ਲਿਖ ਆਪਣੇ ਮੁਲਕ ਵਾਸਤੇ, ਕੋਈ ਨਵੇਂ ਯਾਨੀ ਤੂੰ ਕਹਾਣੀ ਘੜ, ਜਾਂ ਤੂੰ ਕੋਈ ਨਵਾਂ ਇਹੋ ਜਿਹਾ ਪ੍ਰੋਜੈਕਟ ਤਿਆਰ ਕਰ ਜਿਸ ਨਾਲ ਤੂੰ ਦੇਖ ਪਾਣੀ ਦੀ ਬਚਤ ਕਿਵੇਂ ਹੋਏਗੀ, ਜਾਂ ਕੋਈ ਯਾਨੀ ਇਸ ਤਰੀਕੇ ਦਾ ਉਹਨੂੰ ਕ੍ਰੀਏਟਿਵਿਟੀ ਲੱਭਣ ਲਈ ਪ੍ਰੋਜੈਕਟ ਦਿੱਤੇ ਜਾਂਦੇ ਨੇ ਕਿ ਬੱਚੇ ਦਾ ਧਿਆਨ ਕਿਸ ਪਾਸੇ ਹੈ, ਕਿਵੇਂ ਉਹਨੇ ਤੁਰਨਾ। ਤੇ ਜਿਹੜੇ ਉਸ ਏਜ ਵਿੱਚ ਵੀ ਉਹਨਾਂ ਨੂੰ ਦਿੱਤੇ ਜਾਂਦੇ ਨੇ ਕੰਪਿਊਟਰ ਜਾਂ ਲੈਪਟਾਪ, ਉਹਦੇ ਵਿੱਚ ਸਿਲੈਕਟਿਵ ਚੀਜ਼ਾਂ ਹੀ ਹੁੰਦੀਆਂ ਨੇ ਜਿਹੜੀਆਂ ਓਨੇ ਤੱਕ ਸੀਮਤ ਨੇ, ਯਾਨੀ ਕਿ ਵੈਬਸਾਈਟਸ ਨੇ ਜਿਹੜੀਆਂ ਉਹ ਸਿਲੈਕਟਿਵ ਉਹ ਖੋਲ ਬਸ ਓਨੇ ਹੀ ਪਾ ਕੇ ਉਹ ਦਿੱਤੀਆਂ ਜਾਂਦੀਆਂ ਨੇ ਕਿ ਇਹੀ ਖੋਲਣਾ, ਬਾਕੀ ਬਲੌਕ ਕੀਤਾ ਹੁੰਦਾ, ਸੋ ਦੈਟ ਉਹਦਾ ਕਿਉਂਕਿ ਅਜੇ ਦਿਮਾਗ ਨੇ ਉਸਾਰੂ ਬਣਨਾ ਤੇ ਉਹ ਉਸੇ ਸੋਚ ਵੱਲ ਤੁਰੇ 8ਵੀਂ ਜਮਾਤ ਤੱਕ, 9ਵੀਂ ਤੱਕ ਜੀ। ਮੈਂ ਇਹ ਤੁਹਾਨੂੰ ਦੱਸ ਰਹੀ ਹਾਂ। ਹੁਣ 10ਵੀਂ ਜਮਾਤ ਤੋਂ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਮੈਂ ਤੁਹਾਨੂੰ ਇਹ ਇੰਟਰਨੈਸ਼ਨਲ ਦੱਸ ਰਹੀ ਹਾਂ ਕਿ ਕਿਵੇਂ ਅਸੀਂ ਉਹਨੂੰ ਟ੍ਰੇਨ ਕਰਨ ਦੇ, ਜੋ ਯੂਨੀਸੈਫ ਦੇ ਅਕੋਰਡਿੰਗ ਹੈ। ਉਸ ਤੋਂ ਇਲਾਵਾ ਜੋ ਸਕੂਲ ਆਪੋ ਆਪਣਾ ਕਰੀ ਜਾਂਦੇ ਨੇ ਵੱਖਰੀ ਗੱਲ ਹੈ ਜੀ। ਪਰ ਹੁਣ ਉਸ ਤੋਂ ਬਾਅਦ ਕੀ ਹੁੰਦਾ ਕਿ ਬੱਚੇ ਨੇ 10ਵੀਂ ਤੋਂ ਬਾਅਦ ਆਪਣਾ ਕੈਰੀਅਰ ਚੁਣਨਾ ਹੁੰਦਾ, ਸੋ ਉਹਨੂੰ ਥੋੜਾ ਹੋਰ ਵਾਈਡ ਚਾਹੀਦੀ ਹੈ ਦੇਖਣ ਲਈ। ਸੋ ਉਸ ਸਮੇਂ ਉਹਨੂੰ ਜ਼ਿਆਦਾਤਰ ਯਾਨੀ ਪੜ੍ਹਾਈ ਵਾਲੇ ਪਾਸੇ ਦੇ, ਪਲੱਸ ਉਹਨੂੰ ਖੇਡਾਂ ਵੱਲ ਕਿਉਂਕਿ ਪ੍ਰੋਤਸਾਹਿਤ ਵੀ ਕਰਨਾ। ਸੋ ਇਹੋ ਜਿਹੇ ਯਾਨੀ ਥੋੜਾ ਜਿਹਾ ਉਹਦਾ ਜਿਹੜਾ ਹੈਗਾ ਜਿੰਨਾ ਵੀ ਉਹਦਾ ਜੋ ਸਿੱਖਣਾ ਹੈ ਉਹਦਾ ਘੇਰਾ ਚੌੜਾ ਕਰ ਦਿੱਤਾ ਜਾਂਦਾ ਜੀ। ਪਰ ਉਹਦੇ ਵਿੱਚ ਹੁਣ ਜੋ ਹੁਣ ਦੀਆਂ ਮਾਨਸਿਕ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਨੇ ਉਹ ਇਹ ਕਿ ਕਈ ਸਕੂਲਾਂ ਨੇ ਇਹ ਸੀਮਤ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਬੱਚਾ ਸਭ ਖੋਲ ਦਿਓ, ਖੇਡਾਂ ਉਹਨੇ ਜਿੰਨੀਆਂ ਖੇਡਣੀਆਂ ਖੇਡੇ, ਜੋ ਕੁਛ ਹੋਵੇ। ਉਹ ਸਟੇਜ ਸੀ ਜਦੋਂ ਅਜੇ ਇਸ ਬਾਰੇ ਗਿਆਨ ਨਹੀਂ ਸੀ ਕਿ ਕੀ ਕੁਛ ਨੁਕਸਾਨ ਬੱਚੇ ਨੂੰ ਹੋ ਸਕਦੇ ਨੇ ਜੀ। ਹੁਣ ਇੱਕ ਪੂਰਾ ਚੈਪਟਰ ਸ਼ਾਮਲ ਹੋ ਗਿਆ ਯਾਨੀ ਇੰਟਰਨੈਟ ਐਡਿਕਸ਼ਨ ਡਿਸਆਰਡਰ ਬਿਮਾਰੀ ਗਿਣੀ ਗਈ ਹੈ ਬੱਚਿਆਂ 'ਚ, ਜਿਹਦੇ ਵਿੱਚ ਹੁਣ ਕੀ ਹੋਇਆ ਕਿ ਕੁਝ ਬੱਚੇ ਨਿਰੀਆਂ ਖੇਡਾਂ ਤੱਕ ਸੀਮਤ ਹੋ ਗਏ। ਵੀ ਪੜ੍ਹਾਈ ਹੋਈ ਪਰ ਉਹਨਾਂ ਦਾ ਦੇਖਿਆ ਗਿਆ ਵੀ ਦਿਮਾਗ ਦਾ ਇੱਕ ਹਿੱਸਾ ਜਦੋਂ ਖੇਡਾਂ ਵੱਲ ਪ੍ਰੇਰਿਤ ਹੁੰਦੇ ਸਨ, ਉਹ ਪੜ੍ਹਾਈ ਕਰਦੇ ਸਮੇਂ ਵੀ ਖੂਨ ਜਾਣਾ ਉਸ ਹਿੱਸੇ ਵੱਲ ਰੁਕਦਾ ਨਹੀਂ ਸੀ। ਯਾਨੀ ਉਹਨਾਂ ਦਾ ਗਰਾਰੀ ਟਿਕੀ ਸੀ ਵੀ ਮੈਂ ਉਹ ਗੇਮ ਅੱਗੇ ਖੇਡਣੀ ਹੈ, ਉਹਦੇ 'ਚ ਅਗਲੇ ਨੰਬਰ ਲੈਣੇ ਆ, ਮੈਂ ਉੱਥੋਂ ਹੋਰ ਕਰਨਾ। ਸੋ ਇਹ ਇੱਕ ਐਡਿਕਸ਼ਨ ਵਾਂਗ ਜਿਵੇਂ ਨਸ਼ੇ ਦੀ ਜਿਸ ਹਿੱਸੇ ਦੇ ਵਿੱਚ ਸਟਿਮੂਲੇਸ਼ਨ ਬ੍ਰੇਨ ਦੇ ਹੁੰਦੀ ਜੇ, ਬਿਲਕੁਲ ਉਸੇ ਤਰ੍ਹਾਂ ਖੇਡਾਂ ਦੇ ਪ੍ਰਤੀ ਜੋ ਕਿ ਇੰਟਰਨੈਟ ਦੇ ਉੱਤੇ ਅਵੇਲੇਬਲ ਸਨ, ਉਸੇ ਤਰ੍ਹਾਂ ਦੀ ਲਾਗ ਦਿਸੀ ਕਿ ਬੱਚਾ ਬਦੋ ਬਦੀ ਪੜ੍ਹਾਈ ਛੱਡ ਕੇ ਉਸ ਪਾਸੇ ਖਿੱਚਿਆ ਜਾਂਦਾ ਸੀ। ਤੇ ਫਿਰ ਜਦੋਂ ਹਟਾਉਂਦੇ ਸਨ ਗੇਮਾਂ ਤੋਂ, ਉਹ ਚੀਕਦਾ, ਝੰਗਾੜਦਾ, ਮਾਰ ਕੁਟਾਈ ਕਰਦਾ, ਚੀਜ਼ਾਂ ਤੋੜਦਾ, ਯਾਨੀ ਇੱਕ ਐਡਿਕਸ਼ਨ ਦਿਸੀ ਕਿ ਇਹ ਖੇਡਾਂ ਪ੍ਰਤੀ ਐਡਿਕਟ ਬਣ ਗਿਆ ਜੀ। ਹੌਲੀ ਹੌਲੀ ਉਹ ਸਮਾਂ ਪੜ੍ਹਾਈ ਦਾ ਵੀ ਖਤਮ ਕਰਕੇ ਉਧਰਲੇ ਪਾਸੇ ਇੱਕ ਬਿਮਾਰ ਯਾਨੀ ਮਨੋਰੋਗੀ ਬਣ ਕੇ ਸਾਹਮਣੇ ਆਇਆ। ਇਹ ਇੱਕ ਪਾਸਾ ਸੀ। ਤੁਸੀਂ ਦੇਖੋ ਕਿ ਜਦੋਂ ਤੋਂ ਇਹ ਚੀਜ਼ਾਂ ਸ਼ੁਰੂ ਹੋਈਆਂ ਉਹਦੇ ਨਾਲੋਂ ਨਾਲ ਬੱਚਿਆਂ 'ਚ ਇੱਕ ਹੋਰ ਵੀ ਜੋ ਕਿ ਅਸੀਂ ਮਾਨਸਿਕ ਵਿਗਾੜ ਗਿਣਦੇ ਹਾਂ, ਜਿਸ 'ਚ ਉਹਨਾਂ ਦੀ ਪੋਰਨ ਐਡਿਕਸ਼ਨ ਦੇਖੀ ਗਈ ਜੀ। ਉਹ ਤਾਂ ਸਾਹਮਣੇ ਆਇਆ ਪੱਖ ਜਦੋਂ ਉਹਨਾਂ ਨੇ ਦੇਖਿਆ ਕਿ ਨਿੱਕੇ ਬੱਚੇ ਜੋ 4ਵੀਂ 5ਵੀਂ ਵਾਲੇ ਵੀ ਆਪਣੀਆਂ ਹੀ ਟੀਚਰਾਂ ਪ੍ਰਤੀ ਯਾਨੀ ਗਲਤ ਤਰੀਕੇ ਆਕਰਸ਼ਿਤ ਹੋ ਰਹੇ ਸਨ। ਉਹਨਾਂ ਨੂੰ ਅਜੀਬ ਕਮੈਂਟਸ ਕੱਸਣੇ ਜੋ ਕਿ ਜਿਨ੍ਹਾਂ ਨੂੰ ਅਸੀਂ ਸੈਕਸਿਸਟ ਰਿਮਾਰਕਸ ਗਿਣਦੇ ਹਾਂ, ਉਸ ਤਰ੍ਹਾਂ ਦੇ ਕਮੈਂਟਸ ਅੱਜ ਤੱਕ ਕਮਾਲ ਦੇ ਲੱਗ ਰਹੇ ਹੋ, ਅੱਜ ਤਾਂ ਬੰਬ ਦਿਸ ਰਹੇ ਹੋ, ਯਾਨੀ ਇਸ ਤਰ੍ਹਾਂ ਦੀਆਂ ਜੋ ਸ਼ਬਦ ਵਰਤੇ ਗਏ ਜੋ ਹੈਰਾਨੀ ਹੋਈ ਵੀ ਹੋਇਆ ਕੀ। ਤੇ ਜਦੋਂ ਘੋਖਿਆ ਗਿਆ 4ਥੀ ਜਮਾਤ ਦੇ ਬੱਚੇ ਜੀ, ਤੇ ਜਦੋਂ ਘੋਖਿਆ ਗਿਆ ਵੇਖਣ ਵਿੱਚ ਆਇਆ ਕਿ 6ਵੀਂ ਜਮਾਤ ਦੇ ਬੱਚੇ ਨੇ ਦੂਸਰੀ ਜਮਾਤ ਦੀ ਕੁੜੀ ਦਾ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਤੇ ਇਹ ਸਭ ਕੁਝ ਆਧਾਰਿਤ ਸੀ ਜੋ ਕਿ ਹੁਣ ਸਾਡੇ ਤੱਕ ਖੈਰ ਖਬਰਾਂ ਹੀ ਛਪ ਚੁੱਕੀਆਂ ਨੇ। ਬਿਲਕੁਲ। ਸੋ ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਦੀ ਦੱਸ ਰਹੀ ਹਾਂ ਜੋ ਕਿ ਹੁਣ ਤਾਂ ਪ੍ਰਤੱਖ ਸਾਹਮਣੇ ਦਿਸਣ ਲੱਗ ਗਿਆ ਕਿ ਬੱਚਿਆਂ ਨੂੰ ਪੋਰਨ ਐਡਿਕਸ਼ਨ ਹੋਣੀ ਸ਼ੁਰੂ ਹੋ ਗਈ, ਜਿਹਦੇ ਨਾਲ ਹੋਇਆ ਕਿ ਜਿਹੜਾ ਬਣਦਾ ਦਿਮਾਗ ਜਿਸ ਨੇ ਉਸਾਰੂ ਸੋਚ ਰੱਖਣੀ ਸੀ, ਉਹ ਟੋਟਲ ਡਿਸਟਰੈਕਟ ਹੋਣ ਦਾ ਮਤਲਬ ਸੀ ਕਿ ਇਹ ਬੱਚਾ ਜਿਸ ਤਰੀਕੇ ਦਾ, ਯਾਨੀ ਮੈਂ ਤੁਹਾਨੂੰ ਇਹ ਸਮਝਾਵਾਂ, ਜੇ ਬੂਟਾ ਉਗ ਰਿਹਾ, ਦਰਖਤ ਉਗ ਰਿਹਾ ਜਾਂ ਕੋਈ ਛੋਟਾ ਸੀ ਜਦੋਂ ਬੂਟਾ, ਹਾਂਜੀ, ਜੇ ਉਹਦਾ ਮੇਨ ਉਗਦਾ ਟਾਹਣ ਤੁਸੀਂ ਉਹਦੀ ਟਾਹਣੀ ਤੋੜਤੀ ਤਾਂ ਉਹ ਪਾਸਿਆਂ ਤੋਂ ਪੁੰਗਰੇਗਾ। ਤਾਂ ਉਹ ਜਿਸ ਤਰੀਕੇ ਫੈਲਦਾ ਜੇ ਉਹ ਫਿਰ ਨੈਚੁਰਲੀ ਆਸ-ਪਾਸ ਥੱਲੇ ਕੋਈ ਬੂਟਾ ਹੀ ਨਹੀਂ ਰਹਿਣ ਦਿੰਦਾ। ਉਹ ਯਾਨੀ ਵਿਗੜਿਆ ਹੋਇਆ ਦਰਖਤ ਇੱਕ ਜਿਹੜਾ ਡਿੱਗ ਵੀ ਸਕਦਾ ਇੱਕ ਪਾਸੇ, ਯਾਨੀ ਕਿਉਂਕਿ ਤੁਸੀਂ ਮੇਨ ਉਹਦਾ ਤਣਾ ਹੀ ਤੋੜ ਛੱਡਿਆ। ਇਹੋ ਕੁਝ ਦਿਮਾਗ ਦੇ ਜੋ ਜਿਸ ਨੇ ਅਜੇ ਬਣਦੇ ਦਿਮਾਗ ਨੇ ਆਪਣੀ ਸ਼ਖਸੀਅਤ ਉਭਾਰਨੀ ਸੀ, ਸੋਚ ਉਭਾਰਨੀ ਸੀ, ਉਹਦੇ ਵਿੱਚ ਜਦੋਂ ਸਿਰਫ ਅਸੀਂ ਇੱਕ ਪਾਸਾ ਹੀ ਤੋੜਤਾ
ਕਿ ਸਿਰਫ ਇੱਕ ਜਿਸਮਾਨੀ ਸੰਬੰਧ ਵੱਲ ਹੀ ਤੁਰਨਾ ਹੈ, ਤਾਂ ਇਹ ਬਣਦੇ ਨੇ ਅੱਗੋਂ ਸੀਰੀਅਲ ਰੇਪਿਸਟ, ਜਾਂ ਇਹਨਾਂ ਲਈ ਹਰ ਔਰਤ ਹਰ ਬੱਚੀ ਇੱਕ ਵਰਤਣ ਵਾਲੀ ਚੀਜ਼ ਬਣ ਕੇ ਰਹਿ ਜਾਂਦੀ ਹੈ ਜੀ। ਇਸ ਤਰੀਕੇ ਦੇ ਅਡਿਕਟ ਫਿਰ ਜਦੋਂ ਦੇਖਿਆ ਗਿਆ ਕਿ ਇਹ ਮਾਰ ਕੁਟਾਈ ਵੱਲ ਜ਼ਿਆਦਾ ਜਾਂਦੇ ਨੇ, ਹਥਿਆਰ ਜ਼ਿਆਦਾ ਵਰਤਦੇ ਨੇ, ਜੋ ਅਮਰੀਕਾ ਵਿੱਚ ਸਾਡੇ ਸਾਹਮਣੇ ਤਸਵੀਰ ਹੈ ਕਿ ਨਿੱਕੇ ਨਿੱਕੇ ਬੱਚੇ ਵੀ ਵੜਨਗੇ, 10ਵੀਂ ਜਮਾਤ ਦਾ ਬੱਚਾ ਆਇਆ ਸ਼ੂਟ ਕਰ ਗਿਆ ਤੇ ਅੱਧਾ ਸਕੂਲ 'ਚ ਮਾਰ ਗਿਆ। ਯਾਨੀ ਇਹ ਉਹ ਸੋਚ ਵਾਲੇ ਵਿਕਾਰ, ਜਦੋਂ ਮਾਨਸਿਕ ਵਿਕਾਰ ਪੈਦਾ ਹੋ ਜਾਂਦਾ ਹੈ ਤਾਂ ਇਹ ਪਾਸੇ ਨੂੰ ਕਿ ਮੈਂ ਕਿਸੇ ਨੂੰ ਟੌਰਚਰ ਕਰਨਾ, ਦਬਾਉਣਾ, ਉਹ ਖੁਸ਼ੀ ਮਿਲਣੀ, ਯਾਨੀ ਉਸ ਚੀਜ਼ 'ਚ ਇਹ ਅਲੱਗ ਸੋਚ ਵਾਲੇ ਅਸੀਂ ਇੱਕ ਮੈਂਟਲ ਡਿਸਆਰਡਰ ਤਿਆਰ ਕਰ ਦਿੱਤਾ ਜੀ। ਹੁਣ ਇਹਦੇ ਨਾਲ ਕੀ ਹੋਇਆ, ਜਿਹੜਾ ਬੜੀ ਲੇਟ ਸਮਝ ਆਈ ਸਾਰਿਆਂ ਨੂੰ ਕਿ ਡਰੱਗ ਐਡਿਕਸ਼ਨ ਸ਼ੁਰੂ ਹੋ ਗਈ। ਹੁਣ ਉਹ ਕਿਵੇਂ ਹੋਈ ਕਿ ਇਸ ਇੰਟਰਨੈਟ ਰਾਹੀਂ ਬੱਚੇ ਜੋ ਬੜੇ ਕੋਸ਼ਿਸ਼ ਕੀਤੀ ਗਈ, ਦੱਸਿਆ ਗਿਆ ਕਿ ਤੁਸੀਂ ਜੀ ਸੈਂਟਰਲ ਪਲੇਸ ਦੇ ਵਿੱਚ ਰੱਖੋ ਕੰਪਿਊਟਰ, ਤਾਂ ਕਿ ਤੁਹਾਨੂੰ ਦਿਸੇ ਲੰਘਦੇ ਜਾਂਦੇ ਵੀ ਹਾਂ ਜੀ ਬੱਚਾ ਕੀ ਓਬਜ਼ਰਵ ਕਰ ਰਿਹਾ, ਕੀ ਦੇਖ ਰਿਹਾ, ਤੁਹਾਡੇ ਸਾਹਮਣੇ ਹੋਏਗਾ। ਲਓ ਜੀ, ਹੁਣ ਇਸ ਢੰਗ ਵਿੱਚ ਕੀ ਬੱਚਿਆਂ ਨੇ ਲੱਭਿਆ ਕਿ ਧੁਨੀ ਜੋ ਕਿ ਅਵੇਲੇਬਲ ਹੈ ਆਨਲਾਈਨ, ਜੋ ਕਿ ਪਹਿਲਾਂ ਫ੍ਰੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਕਿ ਤੁਸੀਂ ਸੁਣੋ, ਹੁਣ ਉਸ ਜੋ ਉਹ ਮਿਊਜ਼ਿਕ ਦੀ ਉਹ ਜੋ ਯਾਨੀ ਧੁਨ ਹੈ, ਉਹ ਤੁਹਾਡੇ ਬੱਚੇ ਦੇ ਸੇਮ ਏਰੀਆ ਨੂੰ ਸਟਿਮੂਲੇਟ ਕਰਦੀ ਹੈ ਜਿਹੜੀ ਐਡਿਕਸ਼ਨ ਪੈਦਾ ਕਰਦਾ। ਉਹ ਸਟੈਪ ਵਾਈਜ਼ ਫਿਰ ਇਨਕਰੀਜ਼ ਕੀਤੀ ਜਾਂਦੀ ਹੈ, ਯਾਨੀ ਪਹਿਲਾ ਸਟੈਪ, ਫਿਰ ਦੂਸਰਾ, ਫਿਰ ਤੀਸਰਾ, ਫਿਰ ਉਹ ਇਸ ਸਟੇਜ 'ਤੇ ਆ ਜਾਂਦਾ ਜਿੱਥੇ ਉਹਨੂੰ ਯਾਨੀ ਜਦੋਂ ਹੁਣ ਉਹ ਦੇਖ ਰਿਹਾ, ਜਿਹੜਾ ਅਬਜ਼ਰਵ ਕਰ ਰਿਹਾ, ਇੰਟਰਨੈਟ ਜਿਹੜਾ ਚਲਾ ਰਿਹਾ ਕਿ ਹਾਂ ਇਹ ਉਸ ਸਟੇਜ ਤੱਕ ਪਹੁੰਚ ਗਿਆ, ਫਿਰ ਅਜਿਹੇ ਬੱਚਿਆਂ ਤੱਕ ਪਹੁੰਚ ਕੀਤੀ ਜਾਂਦੀ ਹੈ ਕਿ ਤੁਹਾਨੂੰ ਇਸ ਤੋਂ ਵੀ ਵੱਧ ਜੇ ਮਜ਼ਾ ਲੈਣਾ ਤਾਂ ਆਹ ਟਰਾਈ ਕਰਕੇ ਦੇਖੋ। ਯਾਨੀ ਉਹ ਚੀਜ਼ ਅੱਗੋਂ ਕਿਸ ਤਰੀਕੇ ਇੱਕ ਮਿਊਜ਼ਿਕ ਦੀ ਧੁਨ ਤੋਂ ਕਿਵੇਂ ਐਡਿਕਸ਼ਨ ਤੱਕ ਦਾ ਸਫ਼ਰ, ਇਹ ਵੱਖਰੀ ਚੀਜ਼ ਲੱਭੀ ਜਾ ਚੁੱਕੀ ਹੈ ਜੀ। ਸੋ ਇਹ ਚੀਜ਼ ਮਾਪਿਆਂ ਨੂੰ ਅੰਦਾਜ਼ਾ ਹੀ ਨਹੀਂ ਹੁੰਦਾ ਵੀ ਕਿੱਥੋਂ ਸ਼ੁਰੂ ਹੋਈ, ਕਿਵੇਂ ਤੁਰੀ ਤੇ ਕਿੱਥੇ ਤੱਕ ਪਹੁੰਚ ਗਿਆ ਬੱਚਾ ਜੋ ਕਿ ਸਾਡੇ ਸਾਹਮਣੇ ਬੈਠਾ ਕੰਪਿਊਟਰ ਦੇਖ ਰਿਹਾ ਸੀ। ਸੋ ਇਹ ਇੱਕ ਵੱਖ ਤਰ੍ਹਾਂ ਦਾ ਮਨੋਰੋਗ ਸਾਹਮਣੇ ਆ ਚੁੱਕਾ, ਯਾਨੀ ਕਿ ਇੰਟਰਨੈਟ ਤੇ ਹਰ ਤੋੜ ਮੌਜੂਦ ਹੈ ਬੱਚਿਆਂ ਨੂੰ ਵਿਗਾੜਨ ਲਈ। ਬਿਲਕੁਲ ਜੀ। ਅੱਛਾ, ਹੁਣ ਕੀ ਹੁੰਦਾ ਜੇ ਇੱਕ ਨਿੱਕਾ ਬੱਚਾ ਜਿਹਨੂੰ ਅਜੇ ਤੱਕ ਸਿਰਫ ਪਿਆਰ ਦੀ ਸਮਝ ਹੈ, ਜੇ ਮੈਂ ਮਿਸਾਲ ਵਜੋਂ 2 ਸਾਲ ਦਾ ਅਨਭੋਲ ਬੱਚਾ ਜਾਏਗਾ, ਸੱਪ ਵੀ ਚੁੱਕ ਕੇ ਮੂੰਹ 'ਚ ਵੀ ਪਾ ਲੂ, ਕਿਰਲੀ ਵੀ ਪਾ ਲੂ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਲਈ ਇਹ ਨੁਕਸਾਨਦੇਹ ਹੈ। ਬਿਲਕੁਲ ਇਸੇ ਤਰ੍ਹਾਂ ਦੇ ਸਾਡੇ ਬੱਚੇ ਜੋ ਕਿ 5 ਸਾਲਾਂ ਦੇ, 6 ਸਾਲਾਂ ਦੇ, ਜਿਨ੍ਹਾਂ ਨੂੰ ਇੰਨਾ ਹੀ ਹੁੰਦਾ ਵੀ ਮੈਂ ਆਪਣਾ ਹੱਕ ਰੱਖ ਲਵਾਂ, ਮੇਰੀ ਗੁੱਡੀ ਹੈ, ਮੇਰਾ ਬੋਲ ਹੈ, ਕਿਉਂ ਲੈ ਰਿਹਾ ਤੂੰ, ਮੇਰੀ ਮਾਂ ਹੈ, ਉਹਦੀ ਗੋਦ 'ਚ ਮੈਂ ਬਹਿਣਾ। ਉਹ ਅਜੇ ਆਪਣੀ ਯਾਨੀ ਮਲਕੀਅਤ ਨਿੱਕੀ ਜਿਹੇ ਇੰਨੇ ਕੁ ਥਾਂ 'ਚ ਘੇਰੇ 'ਚ ਬਣਾ ਰਿਹਾ ਹੁੰਦਾ ਵੀ ਇਹ ਮੇਰਾ ਹੈ, ਇਹ ਮੇਰਾ ਹੈ। ਹੁਣ ਇਸ ਘੇਰੇ 'ਚ ਜਿੱਥੇ ਉਹ ਅਜੇ ਮੁਹੱਬਤ ਦੀ ਸਾਂਝ ਗੰਢ ਰਿਹਾ ਹੁੰਦਾ, ਉਹ ਦੋਸਤਾਂ ਨਾਲ ਵੀ ਜਿਹੜੀ ਲੜਾਈ ਹੁੰਦੀ ਜੇ ਨਾ, ਉਹ ਉਮਰ ਭਰ ਰਹਿਣ ਵਾਲੀ ਨਹੀਂ ਹੁੰਦੀ। ਇਹ ਤੇਰਾ ਬੰਟਾ ਹੈ, ਇਹ ਮੇਰਾ ਹੈ, ਤੇਰਾ ਯਾਨੀ ਗੀਟਾ ਹੈ, ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਉਹਦੀਆਂ ਖੇਡਾਂ ਹੁੰਦੀਆਂ ਨੇ, ਜਲਦੀ ਭੁੱਲ ਜਾਂਦਾ। ਉਹ ਮਲਕੀਅਤ ਜੇ ਮੇਰਾ ਹੈ, ਇਹ ਮੇਰੀ ਪਿਆਰੀ ਚੀਜ਼ ਹੈ, ਤੂੰ ਨਹੀਂ ਲੈਣੀ, ਇਹ ਆਪਣਾ ਹੱਕ ਜਤਾਉਣ ਵਾਲਾ। ਬਿਲਕੁਲ। ਉੱਥੋਂ ਅਸੀਂ ਉਹਦੇ ਮਨ ਵਿੱਚ ਵਿਕਾਰ ਪੈਦਾ ਕਰੀਏ ਕਿ ਨਹੀਂ ਤੂੰ ਦੂਸਰੇ ਨੂੰ ਮਾਰਨਾ, ਖੋਹਣਾ, ਦੂਜੇ ਦਾ ਹੱਕ ਲੈਣਾ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਜ਼ਹਿਰੀ ਇਹ ਬੰਦਾ ਹੋਏਗਾ। ਬਿਲਕੁਲ। ਜਿੰਨੇ ਕੁ ਤੁਸੀਂ ਜੇ ਪਿਛਾਂਹ ਝਾਤ ਮਾਰੋ ਨਾ, ਇਹ ਤੈਮੂਰ ਵਗੈਰਾ ਜਿੰਨੇ ਬਣੇ ਸੀ, ਇਹਨਾਂ ਨੂੰ ਬਚਪਨ ਵਿੱਚ ਤਿਰਸਕਾਰ ਸਹਿਣਾ ਪਿਆ ਸੀ, ਠੇਡੇ ਖਾਣੇ ਪਏ ਸੀ, ਇਹ ਤਾਂ ਜ਼ਹਿਰੀ ਬਣੇ ਸੀ। ਹਿਟਲਰ ਸੀ ਤਾਂ ਇਹ ਸਾਰੇ ਕਿਸ ਥਾਂ ਤੋਂ ਨਿਕਲੇ ਤੇ ਕਿਸ ਤਰੀਕੇ ਫਿਰ ਜ਼ਹਿਰ ਵਾਪਸ ਕੱਢਿਆ। ਅਸੀਂ ਇਹ ਨਵੇਂ ਹਿਟਲਰ ਤੇ ਤੈਮੂਰ ਪੈਦਾ ਕਰ ਰਹੇ ਹਾਂ, ਜਿਨ੍ਹਾਂ ਨੂੰ ਇੰਟਰਨੈਟ ਰਾਹੀਂ ਅਸੀਂ ਉਹ ਨਿੱਕੇ ਬਾਲਾਂ ਨੂੰ ਸਿਖਾ ਰਹੇ ਹਾਂ ਫੇਸਬੁੱਕ 'ਤੇ ਦੂਜੇ ਨੂੰ ਗਾਲਾਂ ਕਿਵੇਂ ਕੱਢਣੀਆਂ, ਨੀਵਾਂ ਕਿਵੇਂ ਵਿਖਾਉਣਾ, ਤੇ ਆਪਣੀ ਚੌਧਰ ਜਮਾਉਣ ਲਈ ਦੂਜੇ ਨੂੰ ਮਿੱਝ ਕੇ ਲੰਘਣਾ। ਉਹ ਬੱਚਾ ਜਿਹੜਾ ਨਿੱਕੇ ਜਿਹੇ ਆਪਣੇ ਸੰਸਾਰ 'ਚ ਲੁਪਤ ਸੀ ਵੀ ਮੇਰਾ, ਇਹ ਮੇਰੀ ਸ਼ੈ ਤੋਂ ਉਹਨੂੰ ਲੱਗਿਆ ਕਿ ਨਹੀਂ, ਇਹ ਮੇਰਾ ਤਾਂ ਬਣੂਗਾ, ਮੈਂ ਦੂਜੇ ਨੂੰ ਖ਼ਤਮ ਕਰਨਾ, ਦੂਜੇ ਦਾ ਹੱਕ ਖੋਹਣਾ, ਫਿਰ ਮੈਂ ਇਹ ਚੀਜ਼ ਤਿਆਰ ਕਰਾਂਗਾ। ਇਹ ਚੀਜ਼ ਜਦੋਂ ਵੇਖਣ ਵਿੱਚ ਆਈ ਕਿ ਇਸ ਤਰੀਕੇ ਦਾ ਮਨੋਰੋਗ ਤਾਂ ਤਬਾਹੀ ਵੱਲ ਜਾ ਰਿਹਾ, ਜਿੱਥੇ ਉਹ ਨਿੱਕੇ ਬੱਚੇ ਨੂੰ ਸਮਝ ਹੀ ਨਹੀਂ ਸੀ ਕੀ ਹੈ, ਉਹਨੂੰ ਇਹ ਪਤਾ ਲੱਗਣ ਲੱਗ ਗਿਆ ਕਿ ਇਹ ਮੇਰਾ ਘਰ ਵੱਡਾ ਹੈ ਤਾਂ ਮੈਂ ਦੂਸਰੇ ਤੋਂ ਤਾਂ ਜਾ ਸਕਦਾ, ਮੇਰੀ ਕਾਰ ਵੱਡੀ ਹੋਏਗੀ, ਮੈਂ ਪੈਸੇ ਕਿਵੇਂ ਲਿਆਣੇ ਨੇ, ਉਹਦੇ ਨਾਲ ਮੈਂ ਵੱਡਾ ਹੋ ਸਕਦਾ, ਪੈਸੇ ਛੇਤੀ ਕਿਵੇਂ ਕਮਾਉਣੇ ਨੇ, ਇਹ ਢੰਗ ਗਲਤ ਕਿਵੇਂ ਮੈਂ ਲੈ ਸਕਦਾ, ਘਰ ਬੈਠੇ ਮੈਂ ਕਿਵੇਂ ਕਮਾਉਣਾ। ਯਾਨੀ ਇਹੋ ਜਿਹੀਆਂ ਚੀਜ਼ਾਂ ਉਸ ਨਿੱਕੇ ਬੱਚੇ ਦੇ ਮਨ ਵਿੱਚ ਆਉਣ ਦਾ ਮਤਲਬ ਇਹ ਹੈ
ਕਿ ਸੰਸਕਾਰ ਤਾਂ ਕਿਤੇ ਉੜ ਗਏ, ਉਹ ਹੈ ਹੀ ਨਹੀਂ, ਉਹ ਤਾਂ ਖਤਮ ਹੀ ਹੋ ਗਏ। ਉਹਨੂੰ ਇੱਕੋ ਅਸੀਂ ਰਾਹ ਦਿਖਾ ਦਿੱਤਾ, ਇੱਕੋ ਰਾਹ ਹੈ, ਤੇ ਉਹ ਰਾਹ ਹੈ ਦੂਜਿਆਂ ਨੂੰ ਹੱਕ ਉਹਨਾਂ ਦੇ ਹੜੱਪ ਕਿਵੇਂ ਕਰਨੇ ਨੇ, ਉਹਨਾਂ ਨੂੰ ਮਿੱਝਣਾ ਕਿਵੇਂ ਹੈ, ਤੇ ਤੂੰ ਅਗਾਂਹ ਕਿਵੇਂ ਲੰਘਣਾ ਜੀ। ਸੋ ਡਾਕਟਰ ਸਾਹਿਬ, ਆਪਾਂ ਜੇ ਇਹ ਸਾਰੀ ਗੱਲ ਚੋਂ ਨਿਚੋੜ ਕੱਢੀਏ ਕਿ ਛੋਟੇ ਬੱਚਿਆਂ ਨੂੰ ਹਾਲੇ ਇੰਟਰਨੈਟ ਜਿਹੜੀ ਪੜ੍ਹਾਈ ਹੈ, ਆਨਲਾਈਨ ਪੜ੍ਹਾਈ ਹੈ, ਉਹਦੇ ਵੱਲ ਨਹੀਂ ਪਾਉਣਾ ਚਾਹੀਦਾ। ਜੇ ਪਾਉਣਾ ਹੈ ਤਾਂ ਤਰੀਕੇ ਨਾਲ। ਜੇ ਆਪਾਂ ਇਕੱਲੇ ਪੰਜਾਬ ਦੀ ਗੱਲ ਕਰ ਲਈਏ ਤਾਂ ਇੱਥੇ ਕੀ ਕੀਤਾ ਜਾ ਰਿਹਾ, ਜਿਹੜੇ ਪ੍ਰਾਈਵੇਟ ਸਕੂਲ ਆਨਲਾਈਨ ਪੜ੍ਹਾਈ ਕਰਵਾ ਰਹੇ ਨੇ, WhatsApp ਦੇ ਉੱਤੇ ਉਹਨਾਂ ਨੂੰ ਦੇ ਦਿੰਦੇ ਨੇ ਹੋਮਵਰਕ, ਇਹ ਕਰੋ। ਕੀ ਇਹ ਆਨਲਾਈਨ ਪੜ੍ਹਾਈ ਹੈ? ਕੀ ਇਹਦਾ ਸਹੀ ਤਰੀਕਾ ਜੇ ਕਰਾਉਣੀ ਵੀ ਹੈ? ਜੀ ਨਹੀਂ, ਇਹ ਬਿਲਕੁਲ ਮੈਨੂੰ ਨਹੀਂ ਪਤਾ ਕਿਸ ਨੇ ਇਹ ਸ਼ੁਰੂ ਕੀਤਾ, ਜਾਂ ਜਿਹਨੂੰ ਮੈਂ ਤੁਹਾਨੂੰ ਨਾ ਅਜੇ ਸਿਰਫ ਤੁਸੀਂ ਕਹਿ ਲਓ ਕਿ ਮੈਂ ਸੂਈ ਦੇ ਨੱਕੇ ਜਿੰਨੇ ਸਿਰਫ ਦੱਸੇ ਨੇ ਜੋ ਇਹ ਡਿਸਆਰਡਰਸ ਨੇ। ਇਹ ਜੇ ਆਪਾਂ ਕਰਨ ਲੱਗੀ ਸ਼ਾਇਦ ਕਈ ਪ੍ਰੋਗਰਾਮ ਬਣ ਜਾਣਗੇ ਜੇ ਇਹਨਾਂ ਨੂੰ ਪੂਰਾ ਮੈਂਟਲ ਡਿਸਆਰਡਰਸ ਲੱਭੀਏ ਜਿਸ ਤਰੀਕੇ ਦੇ ਜਾ ਰਹੇ ਨੇ ਬੱਚੇ। ਇਹ ਜਿਸ ਕਰਕੇ ਇਹ ਯੂਨੀਸੈਫ ਵਰਗੀ ਸੰਸਥਾ ਵੀ ਕਹਿੰਦੀ ਹੈ ਠੀਕ ਨਹੀਂ ਹੈ। ਉਹਦੇ ਵਿੱਚ ਜੋ ਢੰਗ ਸਿਖਾਏ ਗਏ ਨੇ, ਪਹਿਲੀ ਚੀਜ਼ ਤਾਂ ਵੀ ਪਹਿਲੇ ਤੋਂ ਲੈ ਕੇ 5ਵੀਂ ਜਮਾਤ ਵਿੱਚ ਉਹਨਾਂ ਦਾ ਕੋਈ ਕੈਰੀਅਰ ਨੂੰ ਕਿਤੇ ਕੁਛ ਨਹੀਂ, ਕਿਤੇ ਡਾਕਾ ਵੱਜਦਾ, ਤੇ ਕੋਈ ਬੱਚਾ ਰੱਬ ਨਾ ਕਰੇ ਕਿਸੇ ਦਾ ਕਦੇ ਵੀ ਬਿਮਾਰ ਹੋਏ, ਪਰ ਜੇ ਕੋਈ ਸੀਰੀਅਸ ਕਿਸੇ ਨੂੰ ਟੀਵੀ ਹੋ ਗਈ, ਕਿਸੇ ਨੂੰ ਕੋਈ ਕੈਂਸਰ ਹੋ ਜਾਂਦਾ, ਕਿਸੇ ਨੂੰ ਨਿਮੋਨੀਆ ਹੀ ਹੋ ਗਿਆ ਜਿਸ ਦੀ ਬਿਮਾਰੀ ਕਾਰਨ ਸਕੂਲ ਛੁੱਟ ਗਿਆ, ਤਾਂ 1 ਸਾਲ ਛੱਡ ਕੇ ਅੱਗੇ ਫਿਰ ਉਹ ਜਾ ਸਕਦਾ ਹੈ। ਸੋ ਐਡੀ ਮਾਰੋ ਮਾਰ ਨਹੀਂ ਪਈ ਕਿ ਸਾਡੇ ਨਰਸਰੀ ਦੇ ਬੱਚੇ ਵੀ ਹੁਣੇ ਹੀ ਪੜ੍ਹਨਗੇ। ਉਹ ਵੈਸੇ ਹੀ ਅਸੀਂ ਤਾਂ ਕਹਿੰਦੇ ਹਾਂ ਵੀ 5 ਸਾਲ ਬਾਅਦ ਪੜ੍ਹਾਈ ਤੇ ਪਾਉਣਾ ਚਾਹੁੰਦਾ, ਅਸੀਂ 2 ਤੇ ਪਾਈ ਜਾਂਦੇ ਹਾਂ। ਸੋ ਸ਼ੁਕਰ ਕਰੋ ਰੱਬ ਨੇ ਸਮਾਂ ਦਿੱਤਾ ਉਹਨਾਂ ਨੂੰ, ਤੇ ਉੱਕਾ ਹੀ ਕੋਈ ਮਤਲਬ ਬਣਦਾ ਹੀ ਨਹੀਂ ਕਿਸੇ ਕਿਸਮ ਦੀ ਪੜ੍ਹਾਈ ਦਾ। ਉਹਨਾਂ ਨੂੰ ਡਰਾਇੰਗ ਵੱਲ ਭੇਜ ਸਕਦੇ ਹਾਂ, ਖੇਡਾਂ ਵੱਲ ਤਿਆਰ ਕਰੋ, ਉਹਨਾਂ ਨੂੰ ਸਰੀਰਕ ਪੱਖੋਂ ਤਗੜੇ ਕਰੀਏ, ਉਹਨਾਂ ਨੂੰ ਪ੍ਰੋਜੈਕਟਸ ਜਿਵੇਂ ਮੈਂ ਦੱਸੇ ਸੀ ਦਿੱਤੇ ਜਾਣ। ਇਸ ਪਾਸੇ ਵੱਲ ਨੂੰ ਉਹਨਾਂ ਨੂੰ ਉਜਾਗਰ ਕਰਨ ਦੀ ਲੋੜ ਹੈ। 5ਵੀਂ ਤੱਕ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਜੀ ਗੱਲ, ਕਿਸੇ ਵੀ ਹਾਲ ਵਿੱਚ ਦੇਖੋ, ਮੈਂ ਇਹ ਬੜਾ ਸ਼ਾਇਦ ਸਰਕਾਰ ਤੋਂ ਉਲਟ ਗੱਲ ਮੈਂ ਉੱਕਾ ਹੀ ਕਰ ਰਹੀ ਹਾਂ, ਕਿਸੇ ਵੀ ਹਾਲ ਵਿੱਚ ਪ੍ਰਮੋਟ ਨਹੀਂ ਕਰਨਾ ਚਾਹੀਦਾ ਬਿਨਾਂ ਇਮਤਿਹਾਨਾਂ ਦੇ। ਦੇਖੋ ਮੈਂ ਇਸ ਕਰਕੇ ਉਲਟ ਕਹਿ ਰਹੀ ਹਾਂ, ਮੈਂ ਤੁਹਾਨੂੰ ਤਰਕ ਦੇ ਆਧਾਰ ਤੇ ਗੱਲ ਕਰ ਰਹੀ ਹਾਂ ਕਿ ਅਸੀਂ ਨੁਕਸਾਨ ਹੈ ਬਿਲਕੁਲ, ਕਿਉਂਕਿ ਉਹਦੀ ਸੋਚ ਓਨੀ ਵਿਕਸਿਤ ਨਹੀਂ ਹੋਈ ਜਿੰਨੀ ਤੁਸੀਂ ਅਗਾਂਹ ਤੋਰਤਾ। ਤੇ ਅਸੀਂ ਸਿਰਫ ਠੱਪਾ ਨਹੀਂ ਲਾਉਣਾ ਕਿ 5ਵੀਂ ਪਾਸ ਹੈ, ਅਸੀਂ ਉਹਦੇ ਮਨ ਵਿੱਚ ਉਜਾਗਰ ਕਰਨੀ ਹੈ ਅਜਿਹੀ ਚੀਜ਼ ਜਿਹੜੀ ਉਹ ਨੈਚੁਰਲ ਇਨਸਟਿੰਕਟ ਨਾਲ ਉਹ ਪੜ੍ਹਨਾ ਸਿੱਖੇ ਤੇ ਉਹਦੇ ਕਾਬਲ ਹੋਵੇ। ਯਾਨੀ ਨਾਕਾਬਲ ਬੱਚੇ ਅਸੀਂ ਨਹੀਂ ਚਾਹੀਦੇ ਸਾਨੂੰ ਪੰਜਾਬ ਵਿੱਚ ਕਿ ਤੇਰਾ ਠੱਪਾ ਲੱਗ ਗਿਆ 5ਵੀਂ ਤੂੰ ਕਰ ਗਿਆ, ਨਹੀਂ, ਭਾਵੇਂ 10 ਵਾਰ 5ਵੀਂ ਕਰਨੀ ਪਵੇ, ਉਹਦਾ ਆਧਾਰ ਸਟਰੋਂਗ ਸਾਨੂੰ ਚਾਹੀਦਾ, ਬੇਸ। ਜੇ 5ਵੀਂ ਵੀ ਕਿਸੇ ਨੇ ਤਗੜੇ ਤਰੀਕੇ ਕੀਤੀ ਹੋਈ ਤਾਂ ਉਹ ਸ਼ਾਇਦ ਵਿਦਵਾਨ ਅੱਗੋਂ ਬਣ ਸਕੇਗਾ ਕਿ ਮੈਂ ਇਸ ਥਾਂ ਦਾ ਮੇਰਾ ਬੇਸ ਸਟਰੋਂਗ। ਬਿਲਕੁਲ, ਐਗਜ਼ਾਮੀਨੇਸ਼ਨ ਬਹੁਤ ਜ਼ਰੂਰੀ ਹੈ। ਹਾਂ, ਸੋ ਇਸ ਕਰਕੇ ਮਤਲਬ ਹੀ ਨਹੀਂ ਕਿ ਤੁਹਾਨੂੰ ਅਗਲੀ ਕਲਾਸ 'ਚ ਕੀਤਾ ਜਾਂਦਾ, ਸਵਾਲ ਹੀ ਪੈਦਾ ਨਹੀਂ ਹੁੰਦਾ ਜਦ ਤੱਕ ਤੁਹਾਡਾ ਬੌਧਿਕ ਵਿਕਾਸ ਨਹੀਂ ਹੁੰਦਾ, ਤੁਸੀਂ ਉੱਥੇ ਹੀ ਅੜੇ ਰਹਿਣਾ ਜੀ। ਉਹ ਸਾਲ ਵੇਸਟ ਹੋ ਜਾਏ ਕੁਝ ਨਹੀਂ ਹੁੰਦਾ, ਅਗਲੇ ਸਾਲ ਕਰ ਸਕਦੇ ਹਾਂ। ਜਿੱਥੋਂ ਤੱਕ 6ਵੀਂ ਤੋਂ ਬਾਅਦ ਇਹ WhatsApp ਜਾਂ ਫੇਸਬੁੱਕਾਂ ਜੁਆਇਨ ਕਰਨੀਆਂ ਤਾਂ ਤਬਾਹੀ ਜੇ ਜੋ ਅਸੀਂ ਬੱਚੇ ਨੂੰ ਦੇ ਰਹੇ ਹਾਂ, ਜੋ ਐਕਸਪੋਜ਼ ਕਰ ਰਹੇ ਹਾਂ। ਉੱਥੇ ਜੋ ਕੀਤਾ ਜਾ ਸਕਦਾ ਹੈ, ਤੁਸੀਂ ਦੇਖੋ ਆਡੀਓ ਵਿਜ਼ੂਅਲ ਏਡਸ ਅਸੀਂ ਕਹਿੰਦੇ ਹਾਂ ਹੋਣੀਆਂ ਚਾਹੀਦੀਆਂ। ਹੁਣ ਮੈਂ ਮਿਸਾਲ ਵਜੋਂ ਇੱਕ 6ਵੀਂ ਜਮਾਤ ਦੇ ਬੱਚੇ ਨੂੰ ਇੱਕ ਟੀਚਰ ਪ੍ਰਿਪੇਅਰ ਕਰਦੀ ਏ ਇੱਕ ਗੱਲਾਂ ਕਰਦੇ ਨਾਲ, ਉਹਦੇ ਨਾਲ, ਯਾਨੀ ਜਿਵੇਂ ਕੋਈ ਵੈਬੀਨਾਰ ਸ਼ੁਰੂ ਹੋਇਆ ਜਿਸ 'ਚ ਤੁਸੀਂ ਮਾਂ ਨਾਲ ਬੈਠੀ, ਉਹਦੇ ਪਿਓ ਨਾਲ ਬੈਠਾ, ਬੱਚਾ ਸੁਣ ਰਿਹਾ, ਤੇ ਤੁਸੀਂ ਉੱਥੇ ਬੱਚੇ ਨਾਲ ਖੇਡ ਵਿੱਚ ਉਹਨੂੰ ਚੀਜ਼ ਸਿਖਾ ਰਹੇ ਹੋ। ਬੱਚੇ ਇਸ ਤਰ੍ਹਾਂ ਇਹ ਮੈਥਮੈਟਿਕਸ ਦੀ ਆ ਦੇਖੋ ਕਿੰਨੀ ਕਮਾਲ ਹੈ, ਤੁਹਾਡੇ ਕੋਲ ਕਾਗਜ਼ ਪੈਨ ਫੜਿਆ, ਦੇਖੋ ਮੈਂ 3 ਹੋਰ ਤੁਹਾਨੂੰ ਦੇ ਰਹੀ ਹਾਂ, ਕਰਕੇ ਦਿਖਾਓ। ਯਾਨੀ ਇਹ ਚੀਜ਼ ਜੇ ਜਿੱਥੇ ਲਾਈਵ ਤੁਸੀਂ ਸਾਹਮਣੇ ਇਸ ਤਰੀਕੇ ਦਾ ਉਹਨੂੰ ਵਿੱਚ ਗੁੰਦ ਲਓ ਬੱਚੇ ਨੂੰ ਕਿ ਉਹ ਤੁਹਾਡੇ ਨਾਲ ਜੁੜਿਆ, ਨਾਲ ਦੀ ਨਾਲ ਕੰਮ ਕਰਕੇ ਦਿਖਾ ਰਿਹਾ, ਦੱਸ ਰਿਹਾ ਉਸੇ ਵੇਲੇ ਆਨਲਾਈਨ ਸਾਰਿਆਂ ਦੇ ਸਾਹਮਣੇ, ਮੈਂ ਕਰ ਲਿਆ ਮੈਡਮ ਪਹਿਲਾਂ ਜੀ, ਉਹ ਕਹੇਗਾ ਨਹੀਂ ਮੈਂ ਕਰ ਲਿਆ। ਯਾਨੀ ਉਹ ਚੀਜ਼ ਅਸੀਂ ਇਹਨਾਂ ਬੱਚਿਆਂ ਨੂੰ ਸਿਖਾਉਣ ਦਾ ਢੰਗ ਇਹ ਹੈ ਕਿ ਤੁਸੀਂ ਉਹ ਕਲਾਸ ਜੇ ਦਿਨ ਵਿੱਚ ਇਹੋ ਜਿਹੀਆਂ 3 ਵੀ ਲਾ ਲਈਆਂ, ਬਹੁਤ ਨੇ ਬੱਚੇ ਨੂੰ ਸਾਰੇ ਦਿਨ ਲਈ ਸਟਿਮੂਲੇਸ਼ਨ ਕਿ ਮੈਂ ਅੱਗੇ ਪੜ੍ਹਨਾ ਹੈ ਤੇ ਬਾਕੀ ਜਿੰਨੇ ਬੈਠਿਆਂ ਤੋਂ ਪਹਿਲਾਂ ਜਵਾਬ ਦੇਣਾ, ਮੈਂ ਸ਼ਾਬਾਸ਼ ਲੈਣੀ ਹੈ। ਬਿਲਕੁਲ ਇਹ ਤਰੀਕਾ ਜੇ ਜਿਹੜਾ ਕੀਤਾ ਜਾ ਸਕਦਾ ਹੈ। ਸੋ ਡਾਕਟਰ ਸਾਹਿਬ, ਇਹ ਸਰਕਾਰਾਂ ਨੇ ਜਿਹੜੀਆਂ ਜਾਂ ਇਹੋ ਜਿਹੇ ਜਿਹੜੇ ਫੈਸਲੇ ਨੇ ਐਜੂਕੇਸ਼ਨ ਮਿਨਿਸਟਰ ਦੇ ਵੱਲੋਂ ਹੀ ਸੁਣਾਏ ਜਾਂਦੇ ਨੇ, ਤਾਂ ਕੀ ਉਹਨਾਂ ਅਣਜਾਣਪੁਣੇ ਦੇ ਵਿੱਚੋਂ ਕਰਦੇ ਨੇ, ਅਵੇਅਰਨੈਸ ਨਹੀਂ ਹੈਗੀ, ਜਾਂ ਫਿਰ ਕੋਈ ਹੋਰ ਮਨਸ਼ਾ ਹੈ? ਜੀ ਮੈਨੂੰ ਇਹੋ ਲੱਗਦਾ ਹੈ ਕਿ ਸ਼ਾਇਦ ਅਵੇਅਰਨੈਸ ਨਹੀਂ ਹੈ। ਅਸੀਂ ਐਡਵਾਈਜ਼ਰ ਬਹੁਤ ਸਾਰੇ ਰੱਖ ਲੈਂਦੇ ਹਾਂ,
ਜਿਨ੍ਹਾਂ ਨੇ ਸ਼ਾਇਦ ਇੰਨੀ ਡੂੰਘਾਈ ਵਿੱਚ ਗਿਆਨ ਇਸ ਪ੍ਰਤੀ ਹਾਸਲ ਨਹੀਂ ਕੀਤਾ ਹੁੰਦਾ। ਮੈਂ ਕਿਸੇ ਨੂੰ ਨੀਵਾਂ ਦਿਖਾਉਣ ਦਾ ਯਤਨ ਨਹੀਂ ਕਰ ਰਹੀ, ਸੋਚ ਹਰ ਇੱਕ ਦੀ ਆਪੋ ਆਪਣੀ ਹੈ, ਆਪਣੇ ਵੱਲੋਂ ਸ਼ਾਇਦ ਕੋਈ ਚੰਗਾ ਹੀ ਫੈਸਲਾ ਲੈਂਦਾ ਹੋਏਗਾ, ਪਰ ਜਿਵੇਂ ਕਹੀਦਾ ਨਾ ਕਿ ਇਨਸਾਨ ਜ਼ਿੰਦਗੀ ਭਰ ਸਿੱਖਦਾ ਹੀ ਰਹਿੰਦਾ ਜੇ। ਅਸੀਂ ਤੇ ਹਾਂ ਹੀ ਪੰਜਾਬੀ ਤਾਂ ਸਾਰੇ ਮੈਨੂੰ ਲੱਗਦਾ ਹੈ ਕਿ ਸਿੱਖਦੇ ਹੀ ਨੇ, ਅਸੀਂ ਸਿੱਖ ਹੀ ਹਾਂ, ਤੇ ਸਾਡਾ ਮਕਸਦ ਇਹ ਹੋਏ ਕਿ ਅਸੀਂ ਹਲੀਮੀ ਨਾਲ ਵਿਦਿਆ ਗ੍ਰਹਿਣ ਆਖਰੀ ਸਾਹ ਤੱਕ ਕਰਦੇ ਰਹੀਏ। ਕੋਈ ਆਪਣੇ ਆਪ ਨੂੰ ਸੰਪੂਰਨ ਨਹੀਂ ਗਿਣ ਸਕਦਾ। ਸੋ ਚੰਗੀ ਸਲਾਹ ਨੂੰ ਮੰਨ ਲੈਣਾ ਕਿਤੇ ਨੀਵਾਂ ਹੋ ਜਾਣਾ ਨਹੀਂ ਹੁੰਦਾ। ਸੋ ਜੇ ਮੇਰਾ ਖਿਆਲ ਹੈ ਅਸੀਂ ਪੰਜਾਬ ਦੀ ਬਿਹਤਰੀ ਲਈ ਪ੍ਰਤੀਬੱਧ ਹਾਂ, ਤਾਂ ਫਿਰ ਇਹੋ ਜਿਹੀ ਗਲਤ ਕੋਈ ਫੈਸਲਾ ਲਿਆ ਵੀ ਗਿਆ ਹੋਵੇ ਤਾਂ ਤੁਸੀਂ ਬਹੁਤ ਹੋਰ ਥਾਵਾਂ ਨੇ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਜੋ ਅਸੀਂ ਜਿਨ੍ਹਾਂ ਨਾਲ ਕੰਟੈਕਟ ਵੀ ਕਰ ਸਕਦੇ ਹਾਂ, ਉਹਨਾਂ ਤੋਂ ਸਲਾਹ ਵੀ ਲੈ ਸਕਦੇ ਹਾਂ। ਤੇ ਇਹੋ ਜਿਹੀਆਂ ਚੀਜ਼ਾਂ ਅੱਜ ਕੱਲ੍ਹ ਇੰਟਰਨੈਟ 'ਤੇ ਅਵੇਲੇਬਲ ਨੇ। ਤੁਸੀਂ ਉੱਚ ਪੱਧਰੀ ਜੋ ਗਿਆਨ ਵੰਡਣ ਵਾਲੇ ਇੱਥੇ ਇਕੱਲੇ ਨਹੀਂ, ਹਿੰਦੁਸਤਾਨ ਤੋਂ ਬਾਹਰ ਵੀ ਨੇ, ਤੇ ਹਿੰਦੁਸਤਾਨ ਵਿੱਚ ਵੀ ਬਹੁਤ ਚੋਟੀ ਦੇ ਬੈਠੇ ਨੇ। ਬਿਲਕੁਲ। ਤਾਂ ਇਹ ਜੇ ਸਲਾਹ ਅਸੀਂ ਆਪਣੀ ਨਾਲ ਜੋੜ ਲਈਏ ਤਾਂ ਕੋਈ ਮਾੜਾ ਨਹੀਂ। ਸਾਡੇ ਪੰਜਾਬੀ ਬੱਚੇ ਸਗੋਂ ਜ਼ਿਆਦਾ ਲਾਇਕ ਨਿਕਲਣਗੇ, ਤੇ ਇਸ ਲਈ ਜਿਸ ਵੀ ਬੰਦੇ ਦੀ ਸੋਚ ਪੰਜਾਬ ਦੇ ਹਿੱਤ ਵਿੱਚ ਹੋਏਗੀ, ਇਹ ਜ਼ਰੂਰ ਇਹ ਗੱਲ ਧਿਆਨ ਵਿੱਚ ਰੱਖੇਗਾ ਤੇ ਜ਼ਰੂਰ ਇਸ ਬਾਰੇ ਮੇਰਾ ਖਿਆਲ ਵੀ ਕਰੇਗਾ। ਪਰ ਵਿੱਚ ਹੱਲਾਸ਼ੇਰੀ ਜ਼ਰੂਰੀ ਹੈ ਟੀਚਰਸ ਵੱਲੋਂ। ਪਰਵਾਹ ਨਾ ਕਰੋ, 1 ਸਾਲ ਜ਼ਿੰਦਗੀ 'ਚ ਮਾਇਨੇ ਹੀ ਨਹੀਂ ਰੱਖਦਾ। ਇਸ ਸਾਲ ਨਹੀਂ ਵੀ ਦੇਵਾਂਗੇ, ਅਗਲੇ ਸਾਲ ਦੇਵਾਂਗੇ ਪੇਪਰ। ਦੁਗਣੀ ਤਿਆਰੀ ਦੇ ਨਾਲ ਡਟੇ ਰਹੋ। ਬਿਲਕੁਲ ਬਿਲਕੁਲ। ਔਰ ਇਹ ਜਿਹੜੀ ਬਿਮਾਰੀ ਹੈ, ਠੀਕ ਹੈ, ਤੇ ਹੌਲੀ ਹੌਲੀ ਠੱਲ ਤਾਂ ਪੈ ਹੀ ਜਾਣੀ ਹੈ। ਜਿੱਥੇ ਸਾਰੀ ਦੁਨੀਆ ਖੜੀ ਹੈ ਤੇ ਬੱਚੇ ਵੀ ਇੱਕ ਸਾਲ ਜੇ ਵੇਟ ਕਰ ਲੈਣਗੇ ਜਾਂ ਫਿਰ ਆਪਣੇ ਦਿਮਾਗ ਨੂੰ ਹੋਰ ਕਿਸੇ ਪਾਸੇ ਲੈ ਲੈਣ ਤਾਂ ਕੋਈ ਵੱਡੀ ਗੱਲ ਨਹੀਂ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਦੇ ਉੱਤੇ। ਥੈਂਕ ਯੂ ਜੀ, ਧੰਨਵਾਦ। ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ।